Good morning to all of you. Today we will discuss Keynesian theory of employment. ਤੇ ਲਾਸਟ ਲੈਕਚਰ ਦੇ ਵਿੱਚ ਆਪਾਂ ਡਿਸਕਸ ਕੀਤੀ ਸੀ ਕਲਾਸੀਕਲ ਥਿਊਰੀ ਤੇ ਇਹ ਕਲਾਸੀਕਲ ਥਿਊਰੀ ਦੀ ਕ੍ਰਿਟਿਸਿਜ਼ਮ ਜਾਂ ਉਹਦੇ ਬੈਡ ਰਿਜ਼ਲਟਸ ਆਉਣ ਤੋਂ ਬਾਅਦ ਜਿਹੜੀ ਹੈ ਸਾਹਮਣੇ ਆਈ ਹੈ ਸਾਡੇ ਕੋਲ ਕੇਨਜੀਅਨ ਥਿਊਰੀ। ਸੋ ਜਿਹੜੇ ਪ੍ਰੋਫੈਸਰ ਜੇਐਮ ਕੇਨਸ ਸੀ ਉਹ ਇੱਕ ਬ੍ਰਿਟਿਸ਼ ਇਕਨੋਮਿਸਟ ਹੋਏ ਨੇ ਜਦੋਂ 1929-30 ਦੇ ਵਿੱਚ ਯੂਰਪ ਤੇ ਅਮਰੀਕਾ ਦੇ ਵਿੱਚ ਡਿਪਰੈਸ਼ਨ ਦੀ ਸਥਿਤੀ ਪੈਦਾ ਹੋ ਗਈ। ਡਿਪਰੈਸ਼ਨ ਇਨ ਦਾ ਸੈਂਸ ਕਿ ਪ੍ਰੋਡਕਸ਼ਨ ਲਗਾਤਾਰ ਘਟ ਰਹੀ ਸੀ, ਅਨਇੰਪਲੋਇਮੈਂਟ ਜਿਹੜੀ ਆ ਉਹ ਲਗਾਤਾਰ ਵੱਧ ਰਹੀ ਸੀ ਤੇ ਪ੍ਰੋਡਕਸ਼ਨ ਘਟਣ ਨਾਲ ਤੇ ਅਨਇੰਪਲੋਇਮੈਂਟ ਵਧਣ ਨਾਲ ਇਹਨਾਂ ਦੇਸ਼ਾਂ ਦੀ ਇਕਨੋਮੀ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਸੀ ਤੇ ਮਤਲਬ ਇਸੇ ਨੂੰ ਅਸੀਂ ਡਿਪਰੈਸ਼ਨ ਕਹਿ ਸਕਦੇ ਹਾਂ। ਫਿਰ 1929 ਦੀ ਇਸ ਮੰਦੀ ਤੋਂ ਬਾਅਦ 1936 ਦੇ ਵਿੱਚ ਪ੍ਰੋਫੈਸਰ ਜੇਐਮ ਕੇਨਸ ਦੀ ਇੱਕ ਬੁੱਕ ਜਿਹੜੀ ਹੈ ਉਹ ਇਸ਼ੂ ਹੋਈ ਸੀ ਤੇ ਉਹ ਬੁੱਕ ਸੀ ਦ ਜਨਰਲ ਥਿਊਰੀ ਆਫ ਐਮਪਲੋਇਮੈਂਟ। ਇਹ ਬੁੱਕ ਨੇ ਦੱਸਿਆ ਕਿ ਕਲਾਸੀਕਲ ਜਿਹੜੀ ਇਕਨੋਮਿਸਟ ਦੀ ਦਿੱਤੀ ਹੋਈ ਥਿਊਰੀ ਹੈ ਉਹਦੇ ਕੀ ਬੈਡ ਰਿਜ਼ਲਟ ਸਾਹਮਣੇ ਆਏ ਨੇ। ਉਹ ਬੈਡ ਰਿਜ਼ਲਟ ਸੀ ਕਿ ਜਿਹੜੇ ਕਲਾਸੀਕਲ ਇਕਨੋਮਿਸਟ ਸੀ ਉਹ ਕਹਿੰਦੇ ਸੀ ਕਿ ਸਪਲਾਈ ਕ੍ਰੀਏਟਸ ਇਟਸ ਓਨ ਡਿਮਾਂਡ। ਇਹ ਮਤਲਬ ਇੰਡਸਟਰੀ ਜਿੰਨਾ ਮਰਜ਼ੀ ਪ੍ਰੋਡਿਊਸ ਕਰੇ ਆਪਣੇ ਆਪ ਵਿਕ ਜਾਏਗਾ ਤੇ ਡਿਮਾਂਡ ਤੇ ਸਪਲਾਈ ਜਿਹੜੀ ਹੈ ਉਹ ਬਰਾਬਰ ਹੋਏਗੀ। ਤੇ ਇਸੇ ਥਿਊਰੀ ਨੂੰ ਆਧਾਰ ਬਣਾਉਂਦੇ ਹੋਏ ਜਿਹੜੀ ਇੰਡਸਟਰੀ ਸੀ ਯੂਰਪ ਤੇ ਅਮਰੀਕਾ ਦੀ ਉਹ ਲਗਾਤਾਰ ਪ੍ਰੋਡਕਸ਼ਨ ਕਰਦੇ ਰਹੇ ਪਰ ਡਿਮਾਂਡ ਵਾਲੇ ਪਾਸੇ ਉਹਨਾਂ ਨੇ ਧਿਆਨ ਦਿੱਤਾ। ਲਗਾਤਾਰ ਪ੍ਰੋਡਕਸ਼ਨ ਕਰਦੇ ਕਰਦੇ ਸਥਿਤੀ ਇਹ ਬਣ ਗਈ ਕਿ ਜਿਹੜੇ ਇੰਡਸਟਰੀ ਸੀ ਉਹਨਾਂ ਦੇ ਸਟੋਰ ਭਰ ਗਏ, ਪ੍ਰੋਡਕਸ਼ਨ ਓਵਰ ਪ੍ਰੋਡਕਸ਼ਨ ਦੀ ਸਥਿਤੀ ਪੈਦਾ ਹੋ ਗਈ ਜਿਹਦੇ ਕਰਕੇ ਉਹਨਾਂ ਨੂੰ ਆਪਣੇ EMPLOYEES ਨੂੰ ਜਿਹੜਾ ਨੌਕਰੀ ਤੋਂ ਬਾਹਰ ਕੱਢਣਾ ਪਿਆ ਤੇ ਜਿਹਦੇ ਕਰਕੇ ਬੇਰੁਜ਼ਗਾਰੀ ਜਿਹੜੀ ਹੈ ਉਹ ਲਗਾਤਾਰ ਵੱਧਦੀ ਗਈ ਜਿਹਦੇ ਕਰਕੇ ਇਹਨਾਂ ਦੇਸ਼ਾਂ 'ਚ ਡਿਪਰੈਸ਼ਨ ਦੀ ਸਥਿਤੀ। ਡਿਪਰੈਸ਼ਨ ਮਤਲਬ low level of employment, low level of production and low level of prices, ਕੀਮਤਾਂ ਵੀ ਲਗਾਤਾਰ ਨੀਚੇ ਗਈ। ਤੇ 1936 ਚ ਕੇਨਜ ਨੇ ਜਿਹੜੀ ਬੁੱਕ ਲਿਖੀ ਹੈ ਇਸ ਵਿੱਚ ਇਹਨਾਂ ਨੇ ਦੱਸਿਆ ਕਿ ਸਿਰਫ ਸਪਲਾਈ ਸਾਈਡ ਨੂੰ ਹੀ ਧਿਆਨ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ ਬਲਕਿ ਡਿਮਾਂਡ ਜਿਹੜੀ ਹੈ ਉਹ ਜ਼ਿਆਦਾ ਇਫੈਕਟਿਵ ਹੈ। ਕਿਸੇ ਵੀ ਦੇਸ਼ ਦੀ ਇਕਨੋਮੀ ਨੂੰ ਮਜ਼ਬੂਤ ਬਣਾਉਣਾ ਹੈ ਤਾਂ ਉੱਥੇ ਦੀ ਇੰਪਲੋਇਮੈਂਟ ਲੈਵਲ ਵਧਾਇਆ ਜਾਵੇ ਤੇ ਉੱਥੇ ਦੀ ਪ੍ਰੋਡਕਸ਼ਨ ਵਧਾਈ ਜਾਵੇ ਤਾਂ ਹੀ ਕਿਸੇ ਵੀ ਦੇਸ਼ ਦੀ ਇਕਨੋਮੀ ਜਿਹੜੀ ਉਹ ਪ੍ਰੂਵ ਕਰ ਸਕਦੀ ਹੈ। ਸੋ ਇਹ ਸੀਗੇ ਸਾਡੇ ਪ੍ਰੋਫੈਸਰ ਜੇਐਮ ਕੇਨਸ। ਇਹਨਾਂ ਨੇ ਜਿਹੜੀ ਇਹ ਥਿਊਰੀ ਦਿੱਤੀ ਹੈ ਇਹਦੇ ਵਿੱਚ ਕੁਝ ਅਜੰਪਸ਼ਨਸ ਲਈਆਂ ਸੀ ਜਿਵੇਂ ਕਿ ਕਲਾਸੀਕਲ ਇਕਨੋਮਿਸਟ ਕਹਿੰਦੇ ਸੀ ਕਿ in the long run demand and supply will be equal to each other, ਪਰ ਕੇਨਜ ਜਿਹੜੇ ਆ ਉਹ ਕਹਿੰਦੇ ਸੀ ਸਾਨੂੰ ਲੌਂਗ ਪੀਰੀਅਡ ਦੇ ਨਹੀਂ ਸ਼ਾਰਟ ਪੀਰੀਅਡ ਦੇ ਵਿੱਚ ਪਾਲਿਸੀਜ਼ ਬਣਾਉਣ ਦੀ ਲੋੜ ਹੈ ਕਿਉਂਕਿ ਇਨ ਦਾ ਲੌਂਗ ਰਨ ਵੀ ਆਲ ਡੈਡ। ਤੇ ਨੈਕਸਟ ਸੀ ਕਲੋਜ਼ਡ ਇਕਨੋਮੀ। ਇਹ ਕਹਿੰਦੇ ਸੀ ਕਿ ਨੋ ਇੰਪੋਰਟ ਨੋ ਐਕਸਪੋਰਟ ਤੇ ਪ੍ਰੋਡਕਸ਼ਨ ਜਿਹੜੀ ਕਿਸੇ ਦੇਸ਼ ਦੇ ਵਿੱਚ ਹੋ ਰਹੀ ਹੈ ਉੱਥੇ ਹੀ ਪ੍ਰੋਡਕਸ਼ਨ ਹੋ ਰਹੀ ਹੈ ਉੱਥੇ ਹੀ ਡਿਮਾਂਡ ਹੋ ਰਹੀ ਹੈ। And then perfect competition as you are already aware about it, a market where number of buyers and sellers exist. ਫਿਰ ਇਹਨਾਂ ਨੇ ਕਿਹਾ diminishing marginal productivity of factors, ਇਹ ਵੀ ਇਹਨਾਂ ਦੀ ਕੰਜੰਪਸ਼ਨ ਸੀ। ਇਹਦਾ ਮਤਲਬ ਹੈ ਵੀ ਜਿਹੜੇ ਪ੍ਰੋਡਕਸ਼ਨ ਦੇ ਫੈਕਟਰਸ ਨੇ ਉਹਨਾਂ ਨੂੰ ਜਿਉਂ-ਜਿਉਂ ਵਧਾਇਆ ਜਾਏਗਾ ਤਾਂ ਉਹਦੀ ਪ੍ਰੋਡਕਟਿਵਿਟੀ ਜਿਹੜੀ ਆ ਉਹ ਘਟਦੀ ਜਾਏਗੀ। ਫਿਰ ਉਹ ਕਹਿੰਦੇ ਸੀ ਮਨੀ ਇੱਕ ਇਲੂਜ਼ਨ ਹੈ। ਮਨੀ ਇਲੂਜ਼ਨ ਦਾ ਮਤਲਬ ਕਿ ਜਿਹੜੀ ਲੇਬਰ ਹੈ ਉਹਨਾਂ ਨੂੰ ਇਹ ਲੱਗਦਾ ਵੀ ਜਦੋਂ ਉਹਨਾਂ ਦੀ ਮਨੀ ਬੇਸ ਵੱਧ ਗਈ ਤਾਂ ਸ਼ਾਇਦ ਰੀਅਲ ਵੇਜ ਵੀ ਵੱਧ ਗਈ ਪਰ ਐਸਾ ਨਹੀਂ ਹੈ ਤੇ ਉਹਨਾਂ ਨੂੰ ਵੀ ਭੁਲੇਖਾ ਹੀ ਸੀ ਕਿਉਂਕਿ ਕਈ ਵਾਰ ਇਨਫਲੇਸ਼ਨ ਮਹਿੰਗਾਈ ਵਧਣ ਕਾਰਨ ਭਾਵੇਂ ਮਨੀ ਵੇਜਿਸ ਇਨਕਰੀਜ਼ ਹੋ ਜਾਣ ਪਰ ਰੀਅਲ ਵੇਜ ਜਿਹੜੀਆਂ ਉਨੀਆਂ ਇਨਕਰੀਜ਼ ਨਹੀਂ ਹੋ ਸਕ ਪਾਉਂਦੀਆਂ। ਐਂਡ ਨੈਕਸਟ ਇਜ਼ ਮਨੀ ਐਕਸੈਸ ਸਟੋਰ ਆਫ ਵੈਲਿਊ। ਕਲਾਸੀਕਲ ਇਕਨੋਮਿਸਟ ਕਹਿੰਦੇ ਸੀ ਕਿ
ਜਿਹੜੀ ਮਨੀ ਹੈ that is a wheel ਭਰਦਾ ਹੈ ਤੇ ਅਸਲ ਦੇ ਵਿੱਚ ਜਿਹੜਾ ਬਾਰਟਰ ਸਿਸਟਮ ਹੀ ਚੱਲ ਰਿਹਾ ਹੈ ਵਸਤੂਆਂ ਦੇ ਬਦਲੇ ਵਸਤੂਆਂ ਦਾ। ਬਟ ਕੇਨਸ ਕਹਿੰਦੇ ਵੀ ਮਨੀ ਜਿਹੜੀ ਹੈ ਇੱਕ ਸਟੋਰ ਆਫ ਵੈਲਿਊ ਨੂੰ ਸਟੋਰ ਕਰਨ ਦਾ ਵੀ ਕੰਮ ਕਰਦੀ ਹੈ। ਫਿਰ ਉਹ ਕਹਿੰਦੇ ਵੀ ਲੇਬਰ ਜਿਹੜੀ ਹੈ ਐਕਟਸ ਐਜ਼ ਵੇਰੀਏਬਲ ਫੈਕਟਰ। ਵੇਰੀਏਬਲ ਫੈਕਟਰ ਦਾ ਮਤਲਬ ਹੈ ਜਿਹਨੂੰ ਘਟਾਇਆ ਵਧਾਇਆ ਜਾ ਸਕਦਾ ਹੈ ਐਸ ਪਰ ਦੀ ਰਿਕੁਆਇਰਮੈਂਟ ਆਫ ਪ੍ਰੋਡਿਊਸਰ। ਕੇਨਸ ਕਹਿੰਦੇ ਨੇ ਅੰਡਰ ਇੰਪਲੋਇਮੈਂਟ ਇਕੁਇਲਿਬਰੀਅਮ। ਜਿਹੜੇ ਕਲਾਸੀਕਲ ਇਕਨੋਮਿਸਟ ਸੀ ਉਹ ਕਹਿੰਦੇ ਸੀ ਕਿ ਜਿਹੜਾ ਇਕੁਇਲਿਬਰੀਅਮ ਹੈ ਹਮੇਸ਼ਾ ਡਿਮਾਂਡ ਤੇ ਸਪਲਾਈ ਜਿੱਥੇ ਇੱਕ ਦੂਜੇ ਦੇ ਬਰਾਬਰ ਹੁੰਦੀਆਂ ਉੱਥੇ ਹੀ ਹੁੰਦਾ। ਬਟ ਕੇਨਸ ਕਹਿੰਦੇ ਨੇ ਵੀ ਫੁੱਲ ਇੰਪਲੋਇਮੈਂਟ ਤੋਂ ਪਹਿਲਾਂ ਵੀ ਇਕੁਇਲਿਬਰੀਅਮ ਇਕਨੋਮੀ ਦੇ ਵਿੱਚ ਹੋ ਸਕਦਾ ਹੈ। ਫਿਰ ਅਕੋਰਡਿੰਗ ਟੂ ਕੇਨਸ ਸੇਵਿੰਗ ਐਂਡ ਇਨਵੈਸਟਮੈਂਟ ਫੰਕਸ਼ਨ, ਇਹਦੇ ਵਿੱਚ ਉਹ ਕਹਿੰਦੇ ਵੀ ਸੇਵਿੰਗ ਜਿਹੜੀਆਂ ਨੇ ਆਰ ਇਨਕਮ ਇਲੈਸਟਿਕ। ਇਨਕਮ ਦੇ ਵਧਣ ਘਟਣ ਨਾਲ ਜਿਹੜੀਆਂ ਸੇਵਿੰਗ ਨੇ ਉਹ ਵੀ ਘਟਦੀਆਂ ਵੱਧਦੀਆਂ ਨੇ। ਤੇ ਇਨ ਸੇਮ ਵੇ ਜਿਹੜੀ ਇਨਵੈਸਟਮੈਂਟ ਹੈ ਦੈਟ ਇਜ਼ ਆਲਸੋ ਇੰਟਰਸਟ ਇਲੈਸਟਿਕ। ਇੰਟਰਸਟ ਜ਼ਿਆਦਾ ਹੈ ਇਨਵੈਸਟਮੈਂਟ ਘੱਟ ਹੋਏਗੀ ਤੇ ਇੰਟਰਸਟ ਰੇਟ ਵਿਆਜ ਦੀ ਦਰ ਅਗਰ ਵੱਧ ਹੈ ਤਾਂ ਇਨਵੈਸਟਮੈਂਟ ਘੱਟ ਹੋਏਗੀ। ਤੇ ਹੁਣ ਅਸੀਂ ਗੱਲ ਕਰਦੇ ਹਾਂ ਕੇਨਜੀਅਨ ਥਿਊਰੀ ਆਫ ਇੰਪਲੋਇਮੈਂਟ ਦੀ ਐਕਸਪਲੇਨੇਸ਼ਨ। ਕੇਨਜ ਨੇ ਜਿਹੜੀ ਥਿਊਰੀ ਦਿੱਤੀ ਹੈ ਇਹ ਕੈਪੀਟਲਿਸਟਿਕ ਇਕਨੋਮੀ ਲਈ ਦਿੱਤੀ ਹੈ, ਪੂੰਜੀਵਾਦੀ ਅਰਥ ਵਿਵਸਥਾਵਾਂ ਦੇ ਲਈ ਦਿੱਤੀ ਹੈ। ਤੇ ਉਹਨਾਂ ਦੇ ਮੁਤਾਬਿਕ ਰਾਸ਼ਟਰੀ ਆਮਦਨ ਨੈਸ਼ਨਲ ਇਨਕਮ ਤੇ ਟੋਟਲ ਪ੍ਰੋਡਕਸ਼ਨ ਜਿਹੜੀਆਂ ਦੋਨਾਂ ਰੁਜ਼ਗਾਰ ਦੇ ਪੱਧਰ ਤੇ ਡਿਪੈਂਡ ਕਰਦੇ। ਮਤਲਬ ਜਿੰਨਾ ਜ਼ਿਆਦਾ ਰੁਜ਼ਗਾਰ ਵਧੇਗਾ ਕਿਸੇ ਦੇਸ਼ ਦੇ ਵਿੱਚ ਉਸ ਦੇਸ਼ ਦਾ ਉਤਪਾਦਨ ਵੀ ਵਧੇਗਾ ਤੇ ਨੈਸ਼ਨਲ ਇਨਕਮ ਵੀ ਵਧੇਗੀ। ਤੇ ਦੋਨੋਂ ਚੀਜ਼ਾਂ ਜਿਹੜੀਆਂ ਨੇ ਜਿਹੜਾ ਇੰਪਲੋਇਮੈਂਟ ਲੈਵਲ ਹੈ ਉਹ ਡਿਪੈਂਡ ਕਰਦਾ ਹੈ ਇਫੈਕਟਿਵ ਡਿਮਾਂਡ ਤੇ, ਪ੍ਰਭਾਵਸ਼ਾਲੀ ਮੰਗ ਤੇ। ਤੇ ਇਸ ਲਈ ਕੇਨਸ ਕਹਿੰਦਾ ਹੈ ਵੀ ਜਿਹੜੀ ਇਨਕਮ ਹੈ y is a function of n। ਸੋ ਕਿਸੇ ਦੇਸ਼ ਦੀ ਇਨਕਮ ਜਿਹੜੀ ਹੈ ਉਸ ਤੇ ਇੰਪਲੋਇਮੈਂਟ ਲੈਵਲ ਤੇ ਡਿਪੈਂਡ ਕਰਦੀ ਹੈ। ਕੇਨਸ ਨੇ ਆਪਣੀ ਥਿਊਰੀ ਦੱਸੀ ਹੈ ਕਿ ਕਿਸੇ ਵੀ ਦੇਸ਼ ਦੇ ਵਿੱਚ ਪ੍ਰੋਡਕਸ਼ਨ ਵਧਾਉਣ ਦੇ ਲਈ ਇੰਪਲੋਇਮੈਂਟ ਉਤਪਾਦਨ ਵਧੇਗਾ। ਉਹ ਤਾਂ ਹੀ ਵਧੇਗਾ ਜੇ ਰੁਜ਼ਗਾਰ ਵਧੇਗਾ। ਰੁਜ਼ਗਾਰ ਜਿਹੜਾ ਤਾਂ ਵਧੇਗਾ ਇੰਪਲੋਇਮੈਂਟ ਜੇਕਰ ਉਸ ਦੇਸ਼ ਦੇ ਵਿੱਚ ਇਫੈਕਟਿਵ ਡਿਮਾਂਡ ਹੋਏਗੀ। ਇਫੈਕਟਿਵ ਡਿਮਾਂਡ means where aggregate supply and aggregate demand both are equal to each other। ਜਿੱਥੇ ਐਗਰੀਗੇਟ ਸਪਲਾਈ ਤੇ ਐਗਰੀਗੇਟ ਡਿਮਾਂਡ ਦੋਨੋਂ ਇੱਕ ਦੂਜੇ ਨੂੰ ਕੱਟਦੀਆਂ ਨੇ ਉਹ ਲੈਵਲ ਜਿਹੜਾ ਹੈ ਇਫੈਕਟਿਵ ਡਿਮਾਂਡ। ਫਿਰ ਕੇਨਜ ਨੇ ਕਿਉਂਕਿ ਕਲਾਸੀਕਲ ਇਕਨੋਮਿਸਟ ਦੇ ਮੁਕਾਬਲੇ ਐਗਰੀਗੇਟ ਡਿਮਾਂਡ ਜਿਹੜੀ ਹੈ ਉਹਨੂੰ ਜ਼ਿਆਦਾ ਇੰਪੋਰਟੈਂਟ ਮੰਨਿਆ। ਤੇ ਅਸੀਂ ਦੇਖਦੇ ਹਾਂ ਕਿ ਐਗਰੀਗੇਟ ਡਿਮਾਂਡ ਜਿਹੜੀ ਹੈ ਉਹ ਕਿਹਦੇ ਤੇ ਡਿਪੈਂਡ ਕਰਦੀ ਹੈ। ਐਗਰੀਗੇਟ ਡਿਮਾਂਡ ਜਿਹੜੀ ਹੈ ਦੋ ਫੈਕਟਰਸ ਤੇ ਡਿਪੈਂਡ ਕਰਦੀ ਹੈ, ਇੱਕ ਕੰਜ਼ੰਪਸ਼ਨ ਦਾ ਲੈਵਲ ਤੇ ਦੂਸਰਾ ਇਨਵੈਸਟਮੈਂਟ ਦਾ। ਮਤਲਬ ਕੰਜ਼ੰਪਸ਼ਨ ਜ਼ਿਆਦਾ ਹੋਏਗੀ ਤਾਂ ਉਸ ਦੇਸ਼ ਦੇ ਡਿਮਾਂਡ ਜ਼ਿਆਦਾ ਹੋਏਗੀ, ਡਿਮਾਂਡ ਜ਼ਿਆਦਾ ਹੋਏਗੀ ਤਾਂ ਪ੍ਰੋਡਕਸ਼ਨ ਵੀ ਜ਼ਿਆਦਾ ਹੋਏਗੀ। ਤੇ ਇਨਵੈਸਟਮੈਂਟ ਕਿਉਂਕਿ ਡਿਮਾਂਡ ਜ਼ਿਆਦਾ ਹੋਏਗੀ ਤਾਂ ਡਿਮਾਂਡ ਪੂਰੀ ਕਰਨ ਦੇ ਲਈ ਇਨਵੈਸਟਮੈਂਟ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਫਿਰ ਕੰਜ਼ੰਪਸ਼ਨ ਜਿਹੜੀ ਹੈ ਉਹ ਅੱਗੇ ਦੋ ਫੈਕਟਰਸ ਤੇ ਡਿਪੈਂਡ ਕਰਦੀ ਹੈ, ਸਾਈਜ਼ ਆਫ ਇਨਕਮ ਤੇ ਪ੍ਰੋਪੈਂਸਿਟੀ ਟੂ ਕੰਜ਼ਿਊਮ। ਸਾਈਜ਼ ਆਫ ਇਨਕਮ ਮਤਲਬ ਲੋਕਾਂ ਦੀ ਇਨਕਮ ਜਿਹੜੀ ਹੈ ਦੇਸ਼ ਦੇ ਉਹ ਕਿੰਨੀ ਹੈ। ਜ਼ਿਆਦਾ ਇਨਕਮ ਹੋਏਗੀ ਤਾਂ ਜ਼ਿਆਦਾ ਖਰਚਾ ਕਰਨਗੇ, ਜੇ ਘੱਟ ਇਨਕਮ ਹੋਏਗੀ ਤਾਂ ਘੱਟ ਖਰਚਾ ਕਰਨਗੇ। ਤੇ ਇਹਦੇ ਨਾਲ ਹੀ ਪ੍ਰੋਪੈਂਸਿਟੀ ਟੂ ਕੰਜ਼ਿਊਮ। ਪ੍ਰੋਪੈਂਸਿਟੀ ਟੂ ਕੰਜ਼ਿਊਮ ਕੀ ਹੈ? ਖਰਚ ਕਰਨ ਦੀ ਪ੍ਰਵਿਰਤੀ, ਖਰਚ ਕਰਨ ਦਾ ਸੁਭਾਅ। ਕਿ ਲੋਕ ਜ਼ਿਆਦਾ ਖਰਚ ਕਰਨ ਵਾਲੇ ਨੇ, ਘੱਟ ਖਰਚ ਕਰਨ ਵਾਲੇ ਨੇ, ਕੰਜੂਸ ਨੇ ਜਾਂ ਬਹੁਤ ਜ਼ਿਆਦਾ ਖਰਚ ਕਰਦੇ। ਇਸੇ ਤਰੀਕੇ ਨਾਲ ਇਨਵੈਸਟਮੈਂਟ ਵੀ ਜਿਹੜਾ ਕਿ ਦੋ ਫੈਕਟਰਸ ਤੇ ਡਿਪੈਂਡ ਕਰਦਾ ਹੈ। ਪਹਿਲਾ ਮਾਰਜਨਲ ਐਫੀਸ਼ੀਐਂਸੀ ਆਫ ਕੈਪੀਟਲ ਤੇ ਦੂਸਰਾ ਰੇਟ ਆਫ ਇੰਟਰਸਟ। ਮਾਰਜਨਲ ਐਫੀਸ਼ੀਐਂਸੀ ਆਫ ਕੈਪੀਟਲ ਤੋਂ ਭਾਵ ਉਹ ਇਨਵੈਸਟਮੈਂਟ ਤੋਂ ਹੈ ਜੋ ਕਿਸੇ ਵੀ ਇੰਡਸਟਰੀਅਲ ਗੁਡਸ ਤੇ ਕੀਤੀ ਜਾਂਦੀ ਹੈ ਤੇ ਉਹ ਤੋਂ ਮਿਲਣ ਵਾਲਾ ਰਿਟਰਨ। ਸਪੋਜ਼
1 करोड़ रुपए की मशीन लगाती तो 1 साल च ਉਹਦੇ ਤੋਂ ਕਿੰਨਾ ਰਿਟਰਨ ਮਿਲ ਰਿਹਾ, that is marginal efficiency of capital. And then rate of interest, rate of interest ਸਿੱਧਾ ਸਿੱਧਾ ਕਿ ਅਗਰ ਵਿਆਜ ਦੀਆਂ ਦਰਾਂ ਘੱਟ ਹੋਣਗੀਆਂ ਤਾਂ ਇਨਵੈਸਟਮੈਂਟ ਜ਼ਿਆਦਾ ਹੋਏਗੀ, ਤੇ ਜੇ ਵਿਆਜ ਜ਼ਿਆਦਾ ਹੋਏਗਾ ਤਾਂ ਇਨਵੈਸਟਮੈਂਟ ਘੱਟ ਹੋਏਗੀ। पर मार्जिन एफिशिएंसी रेट ऑफ इंटरेस्ट तो ज़्यादा इंपॉर्टेंट है। सपोज रेट ऑफ इंटरेस्ट 5% है तो मार्जिनल एफिशिएंसी ऑफ कैपिटल 7% है, और 1 करोड़ रुपए ला के तुसी हर महीने अगर एमबीसी 7 है मतलब 7 लाख रुपया कमा रहे हो, तो रेट ऑफ इंटरेस्ट 4 है या 5 है तो 4 लाख या 5 लाख पे कर रहे हो बैंक। जे मार्जिन एफिशिएंसी ज़्यादा है तो ही इन्वेस्टमेंट करने का फायदा होगा। फिर ਅਸੀਂ ਗੱਲ ਕਰਦੇ ਹਾਂ ਮਾਰਜਨਲ ਐਫੀਸ਼ੀਐਂਸੀ ਆਫ ਕੈਪੀਟਲ ਵੀ ਅੱਗੇ ਦੋ ਗੱਲਾਂ ਤੇ ਉੱਪਰ ਡਿਪੈਂਡ ਕਰਦੀ ਹੈ, ਪ੍ਰੋਸਪੈਕਟਿਵ ਯੀਲਡ ਤੇ ਸਪਲਾਈ ਪ੍ਰਾਈਸ। ਪ੍ਰੋਸਪੈਕਟਿਵ ਯੀਲਡ ਦਾ ਮਤਲਬ ਹੈ ਕਿਸੇ ਵੀ ਮਸ਼ੀਨ ਤੋਂ ਉਸ ਦੀ ਪੂਰੀ ਉਮਰ ਦੇ ਵਿੱਚ ਮਿਲਣ ਵਾਲੀ ਇਨਕਮ। ਮਤਲਬ ਜੇ ਸਪੋਜ਼ 10 ਸਾਲ ਹੈ ਕਿਸੇ ਮਸ਼ੀਨ ਦੀ ਵੈਲਿਊ, 10 ਸਾਲ ਚ ਉਹ ਤੋਂ ਜਿਹੜੀ ਹੈ ਕਿੰਨਾ ਰਿਟਰਨ ਮਿਲਦਾ। ਸਪਲਾਈ ਪ੍ਰਾਈਸ ਦਾ ਮਤਲਬ ਹੁੰਦਾ ਹੈ ਕਿਸੇ ਵੀ ਪੁਰਾਣੀ ਮਸ਼ੀਨ ਦੀ ਥਾਂ ਤੇ ਨਵੀਂ ਮਸ਼ੀਨ ਲਗਾਉਣ ਲਈ ਜੋ ਖਰਚ ਹੁੰਦਾ ਹੈ ਉਹ ਅਸੀਂ ਸਪਲਾਈ ਪ੍ਰਾਈਸ ਕਹਿੰਦੇ ਹਾਂ। ਸਪੋਜ਼ ਤੁਸੀਂ ਕੋਈ ਨਵੀਂ ਮਸ਼ੀਨ ਖਰੀਦ ਰਹੇ ਹੋ 10 ਲੱਖ ਦੀ, ਤੇ ਜਿਹੜੀ ਪੁਰਾਣੀ ਵੇਚ ਰਹੇ ਹੋ ਉਹ ਹੈਗੀ ਆ 2 ਲੱਖ ਦੀ, ਉਹ 10 ਲੱਖ ਮਾਈਨਸ 2 ਲੱਖ 8 ਲੱਖ ਜਿਹੜਾ ਸਪਲਾਈ ਪ੍ਰਾਈਸ ਆ ਜਾਂਦਾ। फिर रेट ऑफ इंटरेस्ट ਜਿਹੜਾ ਉਹ ਵੀ ਦੋ ਗੱਲਾਂ ਤੇ ਡਿਪੈਂਡ ਕਰਦਾ ਹੈ, ਡਿਮਾਂਡ ਫॉर ਮਨੀ ਤੇ ਸਪਲਾਈ ਆਫ ਮਨੀ, ਕਿ ਮਾਰਕੀਟ ਦੇ ਵਿੱਚ ਮਨੀ ਦੀ ਸਪਲਾਈ ਕਿੰਨੀ ਹੈ ਤੇ ਡਿਮਾਂਡ ਕਿੰਨੀ ਹੈ। ਡਿਮਾਂਡ ਜਿਹੜੀ ਹੈ ਉਹ ਤਿੰਨ ਤਰੀਕਿਆਂ ਨਾਲ ਕੀਤੀ ਜਾਂਦੀ ਹੈ ਕਿਸੇ ਵੀ ਦੇਸ਼ ਦੇ ਲੋਕਾਂ ਵੱਲੋਂ। ਟ੍ਰਾਂਜੈਕਸ਼ਨ ਮੋਟਿਵ, ਆਮ ਜ਼ਿੰਦਗੀ ਦੇ ਰੂਟੀਨ ਤੇ ਲੈਣ ਦੇਣ ਦੇ ਖਰਚ ਕਰਨ ਦੇ ਲਈ ਸਾਨੂੰ ਪੈਸੇ ਚਾਹੀਦੇ, that is transaction motive। दूसरा प्रिकॉशनरी मोटिव, प्रिकॉशनरी मोटिव का मतलब होता है फ्यूचर ਨੂੰ ਧਿਆਨ ਚ ਰੱਖ ਕੇ ਪੈਸੇ ਦੀ ਮੰਗ। ਮਤਲਬ ਕਿਸੇ ਨੇ ਬੇਟੇ ਦੇ ਵਿਆਹ ਲਈ ਪੈਸੇ ਚਾਹੀਦੇ, ਬੇਟੀ ਦੇ ਵਿਆਹ ਲਈ ਚਾਹੀਦੇ ਆ, ਕਿਸੇ ਨੂੰ ਆਪਣੇ ਬੁਢਾਪਾ ਸੇਵ ਕਰਨਾ ਹੈ, ਕਿਸੇ ਨੂੰ ਆਪਣੀ ਹੈਲਥ ਲਈ ਆਉਣ ਵਾਲੇ ਟਾਈਮ ਪੈਸੇ ਦੀ ਲੋੜ, ਸੋ ਇਹ ਪ੍ਰੀਕਾਸ਼ਨਰੀ। स्पैकुलेटिव मोटिव सट्टेबाजी, ਜਿਹੜੇ ਲੋਕ ਸ਼ੇਅਰ ਮਾਰਕੀਟ ਸਟਾਕਸ ਦੇ ਵਿੱਚ ਪੈਸਾ ਲਗਾਉਂਦੇ ਨੇ ਉਹਨਾਂ ਨੂੰ ਵੀ ਪੈਸੇ ਚਾਹੀਦੇ, ਸੋ ਦਿਸ ਇਜ਼ ਸਪੈਕੂਲੇਟਿਵ। ਫਿਰ ਇਹ ਤਾਂ ਹੋ ਗਈ ਡਿਮਾਂਡ। ਸਪਲਾਈ ਆਫ ਮਨੀ ਹੈ ਜੋ ਵੀ ਥੋੜੇ ਸਮੇਂ 'ਚ ਕਿਸੇ ਦੇਸ਼ ਦੇ ਵਿੱਚ ਮਨੀ ਦੀ ਸਪਲਾਈ ਜਿਹੜੀ ਹੈ ਉਹ, ਸੋ ਇਹ ਹੈ ਇਨ ਸ਼ਾਰਟ ਜਿਹੜਾ ਕੇਨਸ ਦਾ ਮਾਡਲ ਹੈ। ਹੁਣ ਅਸੀਂ ਅੱਗੇ ਵਧਦੇ ਹਾਂ ਐਗਰੀਗੇਟ ਡਿਮਾਂਡ ਤੇ, ਕਿਉਂਕਿ ਕੇਨਸ ਨੇ ਮਾਡਲ ਦਿੱਤਾ ਹੈ। तो ਐਗਰੀਗੇਟ ਡਿਮਾਂਡ ਜਿਹੜੀ ਹੈ ਉਹ ਇਹਨਾਂ ਦੋ ਗੱਲਾਂ ਤੇ ਡਿਪੈਂਡ ਕਰਦੀ ਹੈ ਜਾਂ ਇਹਨਾਂ ਦੋਹਾਂ ਦਾ ਟੋਟਲ ਹੈ। ਐਗਰੀਗੇਟ ਡਿਮਾਂਡ ਇਜ਼ ਇਕੁਅਲ ਟੂ ਸੀ ਪਲਸ ਆਈ, ਕਿਸੇ ਦੇਸ਼ ਦੇ ਲੋਕਾਂ ਨੇ ਕਿੰਨਾ ਕੰਜ਼ੰਪਸ਼ਨ ਕੀਤਾ ਪਲਸ ਕਿੰਨਾ ਇਨਵੈਸਟ ਹੋਇਆ, ਅਗਰ ਦੋਨਾਂ ਨੂੰ ਅਸੀਂ ਪਲਸ ਕਰ ਦਾਂਗੇ ਦੈਟ ਇਜ਼ ਐਗਰੀਗੇਟ। ਫਿਰ ਡਿਟਰਮੀਨੇਸ਼ਨ ਆਫ ਇਕੁਇਲਿਬਰੀਅਮ ਲੈਵਲ ਆਫ ਇਨਕਮ ਐਂਡ ਇੰਪਲੋਇਮੈਂਟ, ਕਿਵੇਂ ਡਿਟਰਮੀਨੇਸ਼ਨ ਹੋਏਗਾ ਕਿ ਜਿਹੜਾ ਇਨਕਮ ਹੈ ਤੇ ਉਹਦਾ ਇੰਪਲੋਇਮੈਂਟ ਦਾ ਲੈਵਲ। ਇਹਦੇ ਵਾਸਤੇ ਅਸੀਂ ਦੇਖਦੇ ਹਾਂ ਪਹਿਲੇ ਕਾਲਮ ਵਿੱਚ ਅਸੀਂ ਲਿਆ ਇੰਪਲੋਇਮੈਂਟ, ਦੂਸਰੇ ਦੇ ਵਿੱਚ ਐਗਰੀਗੇਟ ਸਪਲਾਈ, ਲੋਕਾਂ ਦੀ ਇਨਕਮ ਦੀ ਵੱਧ ਜਾਂਦੀ ਹੈ, ਤੇ ਇਹ ਹੋ ਗਈ ਡਿਮਾਂਡ ਜਿਹੜਾ ਲੋਕਾਂ ਵੱਲੋਂ ਦੇਸ਼ ਦੇ ਪੂਰੇ ਲੋਕਾਂ ਵੱਲੋਂ ਖਰਚ ਕੀਤਾ ਜਾਂਦਾ। ਇੱਧਰ ਅਸੀਂ ਟ੍ਰੈਂਡ ਲਿਖਿਆ ਵੀ ਇੰਪਲੋਇਮੈਂਟ ਦਾ ਟ੍ਰੈਂਡ ਕੀ ਰਹੇਗਾ। ਪਹਿਲਾ जीरो इन्वेस्टमेंट, मतलब जीरो सप्लाई, जब कोई इन्वेस्टमेंट नहीं है तो सप्लाई भी नहीं है, बट डिमांड है, क्योंकि भावें देश के लोगों की सीधे तौर पर कोई इनकम ना हो पर वो कुछ ना कुछ जी है डिमांड करते, कंजम्पशन जरूर करते हैं, बिना खाना पीए कोई नहीं रह सकता, क्योंकि इतने डिमांड ज़्यादा है सप्लाई है नहीं, इसलिए इतने जी है इंप्लॉयमेंट लैवल बढ़ने की संभावना है, क्योंकि इन्वेस्टमेंट की संभावना है। इन्वेस्टमेंट होएगा तो इंप्लॉयमेंट बढ़ेगा।
फिर इंप्लॉयमेंट लैवल वध गया, सपोज 10 लाख हो गया, तो प्रोडक्शन भी शुरू हो गई, प्रोडक्शन वध के 100 करोड़ की हो गई, डिमांड जी है वो भी वध गई 200 करोड़ की हो गई। हले जोड़ा इंप्लॉयमेंट होर वधेगी क्योंकि डिमांड जी है हले भी ज़्यादा है मार्केट इस तरीके नाल जदों इंप्लॉयमेंट लैवल लगातार बढ़ता जा रहा है तो सप्लाई भी लगातार बढ़ती जा रही है। तुसीं देखोगे जिहड़ी इनकम है लोगों की सप्लाई के रूप च वो ज़्यादा वध रही है, पर डिमांड जिहड़ी है उसकी स्पीड हौली हौली घटती जा रही है। देखो सप्लाई 200, डिमांड 280, सप्लाई 300, डिमांड 360, यानी कि जदों तक डिमांड जिहड़ी है सप्लाई तो ज़्यादा है उदों तक इंप्लॉयमेंट का लैवल मतलब वधदा जाएगा। नैचुरली है जो डिमांड हैगी मार्केट सप्लाई बढ़ाने की लोड़ है तो जिन्नी भी इंडस्ट्री है वो लेबर हायर करेगी। तो इस लैवल से आके जो 60 लाख इंप्लॉईज नूं मतलब रोजगार मिल गया, इत्थे 600 करोड़ रुपए की सप्लाई है, 600 करोड़ की डिमांड हो जिथे सप्लाई ते डिमांड दोनों एक दूजे के बराबर हो गई, उत्थे जाके इकोनमी का अर्थव्यवस्था का संतुलन जिहड़ा वो बन जाएगा। इस तो बाद ट्रेंड कंटिन्यू रखा, इंप्लॉयमेंट होर वध गई 70 लाख हो गई, ते सप्लाई जिहड़ी है 700 करोड़ है, डिमांड जिहड़ी है इत्थे घटनी शुरू हो गई, ते सेविंग का जिहड़ा ट्रेंड है वो बढ़ना हो गया, लोगों ने पैसे बचाने शुरू करते, बेसिक नैसेसिटी पूरी हो गई। इस लैवल से आके फिर जदों प्रोड्यूसर को लगेगा भी डिमांड घट है तो इंप्लॉयमेंट का लैवल जो है वो घटना शुरू हो, अगेन इंप्लॉयमेंट होर वधी, डिमांड उन्नी नहीं वधी तो इंप्लॉयमेंट का लैवल जो है वो घटना शुरू। तो इस तरीके नाल ये जिहड़ी डिटरमिनेशन है दसदी है कि जदों तक डिमांड ते सप्लाई एक दूजे के बराबर हो जाती है वो इक्विलिब्रियम है। अगर उस तो बाद भी इंप्लॉयमेंट जिहड़ी है कंटिन्यू रहेगी तो ਉਹਦੇ ਨਾਲ हो सकता है भी प्रोडक्शन भावें वध जाए थोड़ी बहुत, पर डिमांड है नहीं, इस करके ओवर प्रोडक्शन वाली स्थिति बनन लग जाती है। ਤੇ ਉਹਦਾ ਅਸਰ ਇਹ ਹੈ ਕਿ ਮਾਰਕੀਟ ਦੇ ਵਿੱਚ ਰੁਜ਼ਗਾਰ ਦੇ ਮੌਕੇ ਜਿਹੜੇ ਆ ਘਟਨੇ ਸ਼ੁਰੂ ਹੋ। ਇਹਨੂੰ ਅਸੀਂ ਇੱਕ ਆਪਾਂ ਡਾਇਗਰਾਮ ਦੇ ਨਾਲ ਵੀ ਡਿਸਕਸ ਕਰਦੇ ਹਾਂ। ਸੋ ਦਿਸ ਇਜ਼ OAS, ਇਹ ਜਿਹੜੀ ਸਪਲਾਈ ਸਾਈਡ ਹੈ ਜਿਹੜੀ ਅਸੀਂ ਡਿਸਕਸ ਕਰ ਰਹੇ ਸੀ, ਇਹ ਸਪਲਾਈ ਸਾਈਡ ਇੱਥੇ ਤੱਕ ਤਾਂ ਲਗਾਤਾਰ ਵੱਧਦੀ ਜਾ ਰਹੀ ਹੈ F ਪੁਆਇੰਟ। इस तो बाद ये बिल्कुल सीधी होगी, सीधी होने का मतलब है कि सप्लाई होर नहीं बढ़ाई जा सकती, प्रोडक्शन जी है वो स्थिर हो गई है, कांस्टेंट हो गई है। शुरुआती स्टेज दे विच सप्लाई बढ़ रही है, इस पॉइंट के उपर ये एग्रीगेट डिमांड है, AD एग्रीगेट डिमांड, ये दोनों E पॉइंट एक दूजे के बराबर है। ਤੇ ਇਹਨੂੰ ਕੇਂਜ ਨੇ ਜਿਹੜਾ ਇਕੁਇਲਿਬਰੀਅਮ ਪੁਆਇੰਟ ਦਾ ਨਾਮ ਦਿੱਤਾ E ਪੁਆਇੰਟ। ਹੁਣ ਸਪੋਜ਼ ਇਨਵੈਸਟਮੈਂਟ ਕੰਟੀਨਿਊ ਹੈ, ਸਪਲਾਈ ਕੰਟੀਨਿਊ ਹੈ, ਤਾਂ ਲੋਕਾਂ ਦੀ ਦੇਸ਼ ਦੀ ਆਮਦਨ ਜਿਹੜੀ ਹੈ ਵਧ ਰਹੀ ਹੈ, ਤਾਂ ਜਿਹੜੀ ਨਵੀਂ ਐਗਰੀਗੇਟ ਡਿਮਾਂਡ ਲਾਈਨ ਹੈ ਉਹ ਬਣ ਗਈ AD1। ਤਾਂ ਜਿਹੜਾ ਇਕੁਇਲਿਬਰੀਅਮ ਪੁਆਇੰਟ ਸੀ ਉਹ E ਤੋਂ ਹਟ ਕੇ F ਤੇ ਚਲਾ ਗਿਆ। F ਤੇ ਜਾके इस लैवल से देखांगे असीं जिहड़ा इंप्लॉयमेंट लैवल पहला OY सी वो YY1 हो गया, यानी कि OY1 हो गया। इस लैवल से जाके फुल इंप्लॉयमेंट होगी, इस तो बाद जिहड़ा रोजगार की संभावना नहीं हैगी। ते इधर असीं प्राइसिस और एक्सपेंडिचर की गल करिए तो पहला प्राइसिस OM सी, फिर जदों असीं होर इन्वेस्टमेंट हुई ਤਾਂ ਇਸ ਪੁਆਇੰਟ ਤੇ ਪ੍ਰਾਈਸ ਜਿਹੜੀਆਂ ਨੇ ਤੇ ਖਰਚਾ ਵੇ ਜਿਹੜਾ ਉਹ N ਹੋ ਗਿਆ। ਇੱਥੇ ਹੁਣ ਫੁੱਲ ਇੰਪਲੋਇਮੈਂਟ ਹੈ, ਅਗਰ ਇਸ ਤੋਂ ਬਾਅਦ ਵੀ ਇਨਵੈਸਟਮੈਂਟ ਜਾਰੀ ਰਹੇਗੀ ਤਾਂ ਐਗਰੀਗੇਟ ਡਿਮਾਂਡ ਜਿਹੜੀ ਆ ਨਵੀਂ ਬਣ ਗਈ ਲਾਈਨ AD2।
इस लैवल ते जाके देखो कोई फर्क नहीं पिया, इंप्लॉयमेंट लैवल जिहड़ा है उन्ना ही है, प्रोडक्शन जिहड़ी है उन्नी रहनी है। प्रोडक्शन दे विच कोई चेंज नहीं आई, प्रोडक्शन दे विच कोई चेंज नहीं आई तां सीधा सीधा प्राइसिस वधनियां शुरू हो गई। अगर इस लैवल तो बाद किसी भी तरह की इन्वेस्टमेंट होती है तां सिर्फ ते सिर्फ प्राइसिस इंक्रीज होणगियां, प्रोडक्शन दे विच कोई वाधा नहीं होएगा। So this is the production or supply level. So ਅਸੀਂ ਇਸ ਮਾਡਲ ਨੂੰ ਇੱਕ ਇਕੁਏਸ਼ਨ ਦੇ ਤੌਰ ਤੇ ਵੀ ਡਿਸਕਸ ਕਰ ਲੈਂਦੇ ਆ। ਅਕੋਰਡਿੰਗ ਟੂ ਕੇਨਸ y is a function of n, ਮਤਲਬ ਜਿਹੜੀ ਨੈਸ਼ਨਲ ਇਨਕਮ ਹੈ ਉਹ employment n ਤੇ ਨੰਬਰ ਆਫ EMPLOYEES ਤੋਂ ਲਿਆ ਗਿਆ, that is depends on employment। ਫਿਰ ns ਜਿਹੜੀ ਲੇਬਰ ਦੀ ਸਪਲਾਈ ਹੈ ਕਿਹਨੇ ਕਰਨੀ ਹੁੰਦੀ ਹੈ, लेबर ने। जी लेबर की सप्लाई है ये फंक्शन ऑफ वेजेस, वेजेस ज्यादा सप्लाई ज्यादा, वेजेस घट सप्लाई घट। फिर आ गया डिमांड फॉर लेबर, एनडी। डिमांड किने करनी है, इंडस्ट्री ने करनी, दैट इज फंक्शन ऑफ डब्ल्यू ओवर पी, मतलब वेजेस ओवर प्राइस। जे उन्होंने रियल इनकम घट है ਤਾਂ ਉਹਨਾਂ ਦੀ ਡਿਮਾਂਡ ਕੀਤੀ ਜਾਊਗੀ, ਜੇ ਉਹਨਾਂ ਦੀ ਰੀਅਲ ਇਨਕਮ ਵਧ ਰਹੀ ਹੈ ਮਤਲਬ ਪ੍ਰਾਈਸਿਸ ਘਟ ਨੇ ਤੇ ਉਹਨਾਂ ਨੂੰ ਜ਼ਿਆਦਾ ਤਨਖਾਹ ਤੇ ਕੋਈ ਵੀ ਨੌਕਰੀ ਕੋਈ ਵੀ ਪ੍ਰੋਡਿਊਸਰ ਨਹੀਂ ਦੇਣਾ ਚਾਹੁੰਦਾ। ਸੋ ਇਸ ਲਈ ਜਿਹੜੀ ਉਹਨਾਂ ਦੀ ਸਪਲਾਈ ਤੇ ਡਿਮਾਂਡ ਜਿਹੜੀ ਹੈ ਇੱਕ ਦੂਜੇ ਦੇ ਬਰਾਬਰ ਹੈ। ਕੇਨਜ਼ ਨੇ ਕਿਹਾ ਮਨੀ ਮਾਰਕੀਟ ਦੇ ਵਿੱਚ ਜਿਹੜੀ ਮਨੀ ਦੀ ਸਪਲਾਈ ਹੈ ਉਹ ਮਨੀ ਦੀ ਡਿਮਾਂਡ ਦੇ ਬਰਾਬਰ ਹੁੰਦੀ। मनी की डिमांड की है आप हमने डिस्कस किया सी, मनी डिमांड इज ए फंक्शन ऑफ L1 प्लस L2 इज ए फंक्शन ऑफ L1 दे विच की आ गया ट्रांजैक्शन मोटिव, मतलब लैन देन लई जिहड़े खर्च करते हैं असीं वो खर्च तां करांगे जे वो इनकम ज़्यादा होए, लो इनकम लो खर्च। सो जिहड़ा liquidity L for liquidity demand है that is a function of y। ते दूसरी असी डिमांड की सी प्रिकॉशनरी मोटिव, प्रिकॉशनरी मोटिव भी जिहड़ा फ्यूचर वास्ते सेविंग करनी है, संभाल पैसे की मंग करनी है, वो भी इनकम ते डिपेंड करती। जे साडी किसी भी देश के लोगों की इनकम जिहड़ी ज़्यादा होएगी तो वो प्रिकॉशनरी मोटिव लई ज़्यादा पैसे रख सकणगे, जे उन्होंने इनकम घट है तो प्रिकॉशनरी मोटिव लिए इनकम घट रख सकते। प्लस L2 ये लिक्विडिटी डिमांड है फॉर स्पैकुलेटिव मोटिव, मतलब जे तो मार्केट दे विच ब्याज दी दर रेट ऑफ इंटरस्ट हाई है फिर वो जिहड़े देश के लोग ने वो स्पैकुलेटिव मोटिव लिए पैसा की मंग नहीं करनगे, उन्होंने बैंक विच रेट ऑफ इंटरस्ट दे नाल ही सैटिस्फाई हो जाएगी। बट अगर रेट ऑफ इंटरस्ट घट है then they will invest in speculative motive, gold च भी लाओगे, स्टॉक मार्केट च भी लाओगे, ठीक है। सो इन्वेस्टमेंट इज ए फंक्शन ऑफ आर, इन्वेस्टमेंट जी है वो रेट ऑफ इंटरस्ट पे डिपेंड करती है। मोर रेट ऑफ इंटरस्ट लेस इन्वेस्टमेंट, लेस रेट ऑफ इंटरस्ट मोर इन्वेस्टमेंट, ब्याज बढ़ता है तो इन्वेस्टमेंट घट होगी। एंड सेविंग, सेविंग इज फंक्शन ऑफ वाई, बचत जी है वो भी इनकम से डिपेंड करती है। अगर किसी देश के लोगों की इनकम ज़्यादा है दे विल सेव मोर, इफ दे हैव लेस इनकम दे विल सेव लेस। सो ये सी केन्स का मॉडल, ते केन्स के मॉडल दियां बहुत सारिया जिहड़ियां फीचर्स भी ने कि जी मैक्रो इकनॉमिक्स नूं आधार बनाया, रोजगार नूं इंपोर्टेंस दी, ये केन्स नूं क्रेडिट जाता है। हालांकि कुछ इकोनॉमिस्ट इहनूं जिहड़ा क्रिटिसाइज भी करते हैं, उन्हों का कहना है भी केन्स ने मॉडल दे विच कोई नवा नहीं दस्सिया, प्रोडक्शन वधानी है तो इंप्लॉयमेंट का लैवल जिहड़ा वो वधाना ही पएगा। ते केन्स ने क्लोज्ड इकोनॉमी की गल की है, वो अज के समय पॉसिबल नहीं है क्योंकि हर देश अपनी प्रोडक्शन दूसरे देशों से एक्सपोर्ट करना चाहता है। फिर केन्स ने परफेक्ट कंपटीशन की गल की है, समय के नाल नाल ओलिगोपोली, डिओपोली इहो जिहियां पोजीशनां भी
ਜਿਹੜੀਆਂ ਇਕਨੋਮੀ ਦੇ ਵਿੱਚ ਆ ਗਈਆਂ। ਇਸ ਕਰਕੇ ਇਹ ਜਿਹੜਾ ਮਾਡਲ ਹੈ ਇਹਨੂੰ ਬੜੇ ਵੱਡੇ ਪੱਧਰ ਤੇ ਕ੍ਰਿਟਿਸਾਈਜ਼ ਵੀ ਕੀਤਾ ਗਿਆ। ਫਿਰ ਇਹਨੂੰ ਜਿਹੜਾ ਸਟੈਟਿਕ ਮਾਡਲ ਕਿਹਾ ਗਿਆ ਹੈ, ਇਹ ਸਟੈਪਸ ਅੱਗੇ ਪਿੱਛੇ ਦੀ ਗੱਲ ਕੀਤੀ ਗਈ ਹੈ ਤੇ ਵੀ ਇਹਨੂੰ ਕਿੰਨਾ ਟਾਈਮ ਲੱਗੇਗਾ ਰੁਜ਼ਗਾਰ ਦੇ ਪੱਧਰ ਨੂੰ ਵਧਣ ਨੂੰ ਘਟਣ ਨੂੰ, ਇਹਦੇ ਬਾਰੇ ਕੋਈ ਟਾਈਮਿੰਗ ਦੀ ਗੱਲ ਜਿਹੜੀ ਹੈ ਉਹ ਕੇਂਜ ਨੇ ਨਹੀਂ ਕੀਤੀ। ਤੇ ਕੇਂਜ ਨੇ ਸ਼ਾਰਟ ਰਨ ਨੂੰ ਹੀ ਜਿਹੜਾ ਬੇਸ ਰੱਖਿਆ, ਪਰ ਬਹੁਤ ਸਾਰੀਆਂ ਇਕਨੋਮੀਆਂ ਦੇ ਵਿੱਚ ਜਿਹੜੀ ਇਨਵੈਸਟਮੈਂਟ ਹੈ ਉਹ ਲੌਂਗ ਪੀਰੀਅਡ ਨੂੰ ਧਿਆਨ ਦੇ ਵਿੱਚ ਰੱਖ ਕੇ ਕੀਤੀ ਜਾਂਦੀ ਹੈ ਤੇ ਹਮੇਸ਼ਾ ਜਿਹੜੀ ਇਨਵੈਸਟਮੈਂਟ ਪਲੈਨਿੰਗ ਹੈ ਉਹ ਸਿਰਫ ਤੇ ਸਿਰਫ ਸ਼ਾਰਟ ਪੀਰੀਅਡ ਦੇ ਆਧਾਰ ਤੇ ਨਹੀਂ ਕੀਤੀ ਜਾ ਸਕਦੀ। ਸੋ ਇਹ ਜਿਹੜੀ ਹੈ ਆਪਣੀ ਕੇਂਜੀਅਨ ਮਾਡਲ ਸੀ ਇਕਨੋਮਿਕਸ ਦਾ, ਜਿਸ ਵਿੱਚ ਅਸੀਂ ਕੇਂਜ ਦੀ ਥਿਊਰੀ ਦੇ ਵਿੱਚ ਡਿਸਕਸ ਕੀਤਾ ਗਿਆ ਉਹਨਾਂ ਨੇ ਇੰਪਲੋਇਮੈਂਟ ਬਾਰੇ, ਇਨਵੈਸਟਮੈਂਟ ਬਾਰੇ ਕੀ ਤੇ ਨੈਕਸਟ ਲੈਕਚਰ ਦੇ ਵਿੱਚ ਆਪਾਂ ਫੇਰ ਮਿਲਾਂਗੇ। ਸੋ ਥੈਂਕ ਯੂ, ਟੇਕ ਕੇਅਰ।